ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਹੇ ਤੇਹਾ ਹਉ ਕਰੀ ਵਖਿਆਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਪਿਆਰੇ ਖਾਲਸਾ ਜੀਓ, ਆਪ ਵਡਭਾਗੇ ਹੋ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੇ 400 ਸਾਲਾ ਗੁਰਪੁਰਬ ਨੂੰ ਮਨਾਉਂਦੇ ਹੋਏ ਆਪ ਆਨਲਾਈਨ ਘਰਾਂ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਗੁਰਬਾਣੀ ਵਿਚਾਰਾਂ ਸਰਵਣ ਕਰ ਰਹੇ ਹੋ। ਦਾਸ ਨੂੰ ਕੁਝ ਸਮਾਂ ਪ੍ਰਾਪਤ ਹੋਇਆ ਹੈ ਕਿ ਆਪ ਜੀ ਦੇ ਸਮਕਸ਼ ਕੁਝ ਗੁਰਮਤਿ ਦੀ ਵਿਚਾਰ ਨੂੰ ਰੱਖ ਸਕਾਂ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੇ ਆਪਣੇ ਜੀਵਨ ਦੇ ਵਿੱਚ ਜੇਕਰ ਉਹਨਾਂ ਦੇ ਬਚਪਨ ਤੋਂ ਦੇਖੀਏ, 4 ਸਾਲ ਦੀ ਅਜੇ ਹਜੂਰ ਦੀ ਉਮਰ ਹੈ, ਜਦੋਂ ਕਿ ਬਾਬਾ ਗੁਰਦਿੱਤਾ ਜੀ ਦਾ ਸ਼ੁਭ ਆਨੰਦ ਕਾਰਜ ਹੈ। ਉਸ ਸਮੇਂ ਦੇ ਵਿੱਚ ਜਿਹੜੀ ਘਟਨਾ ਇਤਿਹਾਸ ਵਿੱਚੋਂ ਸਾਨੂੰ ਪੜ੍ਹਨ ਵਾਸਤੇ ਮਿਲਦੀ ਹੈ ਕਿ ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ ਰਹੀ ਹੈ। ਪਿੰਡ ਦੇ ਲੋਕ ਬਰਾਤ ਨੂੰ ਦੇਖ ਰਹੇ ਨੇ, ਜਿਨ੍ਹਾਂ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਵੀ ਰੋਡ ਦੇ ਕਿਨਾਰੇ ਖੜੇ ਹੋ ਕੇ ਸਿਆਲ ਦੇ ਦਿਨਾਂ ਵਿੱਚ ਇਸ ਬਰਾਤ ਨੂੰ ਦੇਖ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਬਚਪਨ ਦੇ ਵਿੱਚ 4 ਸਾਲ ਦੀ ਉਮਰ ਹੈ। ਉਹਨਾਂ ਦੀ ਨਜ਼ਰ ਇੱਕ ਗਰੀਬ ਬੱਚੇ ਤੇ ਪਈ, ਜਿਹਦੇ ਤਣ ਦੇ ਉੱਤੇ ਕੱਪੜੇ ਨਹੀਂ ਸਨ, ਸਰੀਰ ਨੰਗਾ ਸੀ, ਪੈਰਾਂ ਦੇ ਵਿੱਚ ਚੱਪਲਾਂ ਨਹੀਂ ਸੀ ਜਾਂ ਫਟੇ ਪੁਰਾਣੇ ਕੱਪੜੇ ਹੋਣਗੇ। ਠੰਡ ਦੇ ਨਾਲ ਉਹ ਬੱਚਾ ਕੰਬ ਰਿਹਾ ਸੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਿਆਨ ਮਾਰ ਕੇ ਦੇਖਿਆ ਨਾ, ਅੰਦਰ ਪਿਆਰ ਜਾਗਿਆ, ਅੰਦਰੋਂ ਦਰਦ ਮਹਿਸੂਸ ਕੀਤਾ ਕਿ ਇਸ ਬੱਚੇ ਨੂੰ ਠੰਡ ਲੱਗ ਰਹੀ ਹੋਈ। ਹੁਣ ਖੁਦ ਬਰਾਤ ਵਿੱਚ ਜਾਣ ਵਾਸਤੇ ਤਿਆਰ ਹੋ ਕੇ ਬਿਲਕੁਲ ਬੈਠੇ ਸਨ, ਸੋਹਣੀ ਪੋਸ਼ਾਕ ਪਾਈ ਸੀ। ਉਸ ਬੱਚੇ ਨੂੰ ਕੋਲ ਜਾ ਕੇ ਪੁੱਛਦੇ ਨੇ, ਮੇਰੇ ਵੀਰ ਤੈਨੂੰ ਠੰਡ ਨਹੀਂ ਲੱਗ ਰਹੀ? ਇੰਨੀ ਠੰਡ ਹੈ ਕਿ ਤੇਰੀ ਮਾਂ ਨੂੰ ਤੇਰਾ ਕੋਈ ਖਿਆਲ ਨਹੀਂ ਆ ਰਿਹਾ, ਉਹਨੇ ਤੈਨੂੰ ਗਰਮ ਵਸਤਰ ਨਹੀਂ ਪਾਏ। ਤੇ ਉਸ ਬੱਚੇ ਦਾ ਜਵਾਬ ਸੀ ਕਿ ਮੇਰੇ ਭਰਾ ਜੀ, ਮੇਰੇ ਵੀਰ ਜੀ, ਠੰਡ ਤਾਂ ਮੈਨੂੰ ਲੱਗਦੀ ਹੈ, ਮੇਰੀ ਮਾਂ ਨੂੰ ਮੇਰਾ ਫਿਕਰ ਵੀ ਹੈ, ਪਰ ਮਜਬੂਰੀ ਹੈ, ਘਰ ਦੇ ਵਿੱਚ ਗਰੀਬੀ, ਇਸ ਕਰਕੇ ਸਾਡੇ ਕੋਲ ਗਰਮ ਕੱਪੜੇ ਨਹੀਂ, ਜਿਸ ਕਰਕੇ ਮੇਰੀ ਮਾਂ ਨੇ ਮੈਨੂੰ ਨਹੀਂ ਪਿਲਾਏ, ਮੈਂ ਨਹੀਂ ਪਹਿਨੇ, ਇਹ ਸਾਡੀ ਮਜਬੂਰੀ ਹੈ। ਉਸ ਵੇਲੇ ਗੁਰੂ ਸਾਹਿਬ ਜੀ ਨੇ ਬਚਪਨ ਦੇ ਵਿੱਚ ਆਪਣੇ ਤਨ ਤੋਂ ਸੋਹਣਾ ਰੇਸ਼ਮੀ ਚੋਲਾ ਲਾ ਕੇ ਉਸ ਬੱਚੇ ਦੇ ਗਲ ਵਿੱਚ ਪਾ ਦਿੱਤਾ। ਕਹਿੰਦੇ ਘਰ ਵਿੱਚ ਸਾਡੇ ਹੋਰ ਬਥੇਰੇ ਨੇ, ਮੈਂ ਕੋਈ ਹੋਰ ਪਾਲਾਂਗਾ, ਤੁਸੀਂ ਪਹਿਨ ਲਓ। ਜਦੋਂ ਆਪਣੇ ਸੋਹਣੇ ਕੱਪੜੇ ਉਸ ਬੱਚੇ ਨੂੰ ਪਵਾ ਕੇ ਆਪ ਵਾਪਸ ਆਏ ਨਾ, ਤੇ ਮਾਤਾ ਜੀ ਨੇ ਪੁੱਛਿਆ, ਬੇਟਾ ਸੋਹਣੀ ਪੋਸ਼ਾਕ ਪਵਾ ਕੇ ਤੁਹਾਨੂੰ ਤਿਆਰ ਕੀਤਾ ਸੀ, ਤੁਹਾਡੇ ਕੱਪੜੇ ਕਿੱਥੇ ਗਏ? ਕਹਿਣ ਲੱਗੇ, ਮਾਂ ਬਰਾਤ ਨੂੰ ਵੇਖਣ ਵਾਸਤੇ ਪਿੰਡ ਦੇ ਬੱਚੇ ਆਏ, ਜਿਨ੍ਹਾਂ ਵਿੱਚ ਗਰੀਬ ਬੱਚਾ ਸੀ, ਉਹਦੇ ਸਰੀਰ ਦੇ ਉੱਤੇ ਗਰਮ ਕੱਪੜੇ ਨਹੀਂ ਸਨ, ਠੰਡ ਨਾਲ ਕੰਬ ਰਿਹਾ ਸੀ, ਮੇਰੇ ਤੋਂ ਉਹਦਾ ਦਰਦ ਦੇਖਿਆ ਨਹੀਂ ਗਿਆ, ਜਿਸ ਕਰਕੇ ਮੈਂ ਆਪਣੇ ਤਨ ਤੋਂ ਪੋਸ਼ਾਕ ਲਾ ਕੇ ਉਸ ਬੱਚੇ ਨੂੰ ਦੇ ਦਿੱਤੀ ਹੈ। ਹੁਣ ਇੱਥੋਂ ਸਾਨੂੰ ਮਹਿਸੂਸ ਹੁੰਦਾ ਕਿ ਗੁਰੂ ਸਾਹਿਬ ਜੀ ਦੇ ਅੰਦਰ ਗਰੀਬਾਂ ਦੇ ਪ੍ਰਤੀ ਕਿੰਨਾ ਕੁ ਦਰਦ ਸੀ, ਜਿਨ੍ਹਾਂ ਦੀ ਸ਼ਤਾਬਦੀ ਆਪਾਂ ਮਨਾ ਰਹੇ ਹਾਂ। ਹੁਣ ਜੇ ਅੱਗੇ ਇਤਿਹਾਸ, ਕਿਉਂਕਿ ਸਮਾਂ ਬਹੁਤ ਸੀਮਤ ਹੈ, ਮੈਂ ਜ਼ਿਆਦਾ ਇਤਿਹਾਸ ਨੂੰ ਖਿੱਚਣਾ ਨਹੀਂ। ਜਦੋਂ ਕਸ਼ਮੀਰੀ ਪੰਡਤ ਆਉਂਦੇ ਨੇ ਦਰਦ ਲੈ ਕੇ, ਤੇ ਉਹਨਾਂ ਦੇ ਦਰਦ ਨੂੰ ਸੁਣ ਕੇ ਵਿਚਾਰ ਕੇ ਗੁਰੂ ਸਾਹਿਬ ਜੀ ਨੇ ਆਪਣੀ ਕੁਰਬਾਨੀ ਦੇ ਦਿੱਤੀ। ਕਿੰਨਾ
ਗਰੀਬਾਂ ਵਾਸਤੇ, ਕਿੰਨਾ ਕੁ ਲਤਾੜੇ ਹੋਏ ਲੋਕਾਂ ਵਾਸਤੇ ਗੁਰੂ ਸਾਹਿਬ ਜੀ ਦੇ ਹਿਰਦੇ ਦੇ ਅੰਦਰ ਦਰਦ ਸੀ। ਗੁਰੂ ਸਾਹਿਬ ਜੀ ਨੇ ਜਿੱਥੇ ਲੋਕਾਂ ਦੇ ਦਰਦ ਨੂੰ ਵੰਡਾਇਆ, ਆਪਾ ਕੁਰਬਾਨ ਕਰ ਦਿੱਤਾ ਇਹਨਾਂ ਹਿੰਦੁਸਤਾਨ ਦੇ ਲੋਕਾਂ ਵਾਸਤੇ। ਉੱਥੇ ਗੁਰੂ ਸਾਹਿਬ ਜੀ ਦੀ ਜੇ ਬਾਣੀ ਪੜ੍ਹਦੇ ਆ ਤੇ ਗੁਰੂ ਸਾਹਿਬ ਜੀ ਦੀ ਬਾਣੀ ਵੀ ਸਾਨੂੰ ਬਹੁਤ ਡੂੰਘਾ ਉਪਦੇਸ਼ ਦਿੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ, ਜਿੰਨੀ ਵੀ ਬਾਣੀ ਹੈ, ਬਹੁਤੀ ਬਾਣੀ ਉਹਨਾਂ ਦੀ ਵੈਰਾਗਮਈ ਹੈ, ਜਿਹੜੀ ਮਨੁੱਖ ਨੂੰ ਸੁਚੇਤ ਕਰਦੀ ਹੈ, ਇਨਸਾਨ ਤੇਰੇ ਜੀਵਨ ਦਾ ਮਨੋਰਥ ਕੀ ਹੈ, ਤੂੰ ਕਾਸ ਵਾਸਤੇ ਇਸ ਦੁਨੀਆ ਤੇ ਆਇਆ ਤੇ ਆਪਣੇ ਇਸ ਆਏ ਹੋਏ ਨੂੰ ਸਫਲ ਕਰਕੇ ਜਾ। ਜਿਨ੍ਹਾਂ ਦੇ ਵਿੱਚੋਂ ਮੈਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਜਿਹੜੇ ਭੋਗ ਦੇ ਸ਼ਲੋਕ, ਜਿਹਨੂੰ ਅਸੀਂ 9ਵੇਂ ਮਹੱਲੇ ਦੇ ਸ਼ਲੋਕ ਕਹਿੰਦੇ ਆ, ਉਹਨਾਂ ਸ਼ਲੋਕਾਂ ਦੇ ਆਪ ਬੜੇ ਪ੍ਰੇਮ ਦੇ ਨਾਲ ਸ਼ਲੋਕ ਸਰਵਣ ਕਰਦੇ ਹੋ। ਉਹਨਾਂ ਸ਼ਲੋਕਾਂ ਦੇ ਵਿੱਚੋਂ ਪਹਿਲਾ ਸ਼ਲੋਕ ਹੀ ਮੇਰੇ ਹਜੂਰ ਦਾ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਦਿਜੇ ਬਿਦ ਜਲ ਕੋ ਮੀਨ। ਕੇਵਲ ਇਸ ਸ਼ਲੋਕ ਦੀ ਵਿਚਾਰ ਆਪ ਜੀ ਦੇ ਸਮਕਸ਼ ਰੱਖ ਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ। ਹੁਣ ਇਸ ਸ਼ਲੋਕ ਦੇ ਵਿੱਚ ਸਾਡੇ ਜੀਵਨ ਦਾ ਬਹੁਤ ਡੂੰਘਾ ਸਾਨੂੰ ਗਿਆਨ ਗੁਰੂ ਸਾਹਿਬ ਜੀ ਨੇ ਦੇ ਦਿੱਤਾ। ਕੇਵਲ ਇੱਕ ਸ਼ਲੋਕ ਨੂੰ ਕਮਾ ਲਈਏ ਨਾ, ਇੱਕ ਸ਼ਲੋਕ ਨੂੰ ਪੜ੍ਹ ਕੇ ਆਪਣੇ ਹਿਰਦੇ ਵਿੱਚ ਵਸਾ ਲਈਏ ਤੇ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ। ਪਾਤਸ਼ਾਹ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇਨਸਾਨ, ਤੈਨੂੰ ਮਨੁੱਖਾ ਸਰੀਰ ਪਰਮੇਸ਼ਰ ਨੇ ਦੇ ਕੇ ਸੰਸਾਰ ਤੇ ਮਨੁੱਖਾ ਜਨਮ ਦੇ ਕੇ ਭੇਜ ਦਿੱਤਾ ਹੈ। ਯਾਦ ਰਹੇ ਕਿ ਜੇਕਰ ਤੂੰ ਮਨੁੱਖਾ ਸਰੀਰ ਲੈ ਕਰਕੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਨਾ, ਉਸ ਪਰਮੇਸ਼ਰ ਦੀ ਇਬਾਦਤ ਬੰਦਗੀ ਨਾ ਕੀਤੀ, ਤੇ ਤੇਰਾ ਮਨੁੱਖਾ ਜਨਮ ਜਿਹੜਾ ਹੈ ਇਕਾਰਥ ਚੱਲਿਆ ਜਾਏਗਾ। ਇਹ ਸਕਾਰਥ ਨਹੀਂ ਹੋਏਗਾ। ਅਕਾਰਥ ਭਾਵ ਅਸਫਲ, ਸਕਾਰਥ ਸਫਲ। ਜੇ ਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਪਰਮੇਸ਼ਰ ਦੀ ਬਾਣੀ ਨੂੰ ਪੜ੍ਹਦਾ ਹੈ, ਨਿਤਨੇਮ ਕਰਦਾ ਹੈ, ਤਾਂ ਤੇ ਤੇਰਾ ਆਇਆ ਸਫਲ ਹੋ ਸਕਦਾ ਹੈ। ਪਰ ਜੇ ਤੂੰ ਗੁਰੂ ਦੇ ਗੁਣਾਂ ਨੂੰ ਗਾਇਆ ਨਾ, ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਤੋਂ ਬਗੈਰ ਤੇਰਾ ਜੀਵਨ ਜਿਹੜਾ ਹੈ ਅਸਫਲ ਹੋ ਜਾਏਗਾ। ਅਸੀਂ ਬਾਣੀ ਵਿੱਚ ਪੜ੍ਹਦੇ ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਪੰਨੀਐ। ਕੇਵਲ ਉਸ ਇਨਸਾਨ ਦਾ ਆਇਆ ਸਫਲ ਹੈ ਜਿਹਦੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੈ, ਜਿਨੇ ਆਪਣੇ ਹਿਰਦੇ ਦੇ ਵਿੱਚ ਬਾਬੇ ਦੀ ਬਾਣੀ ਨੂੰ ਵਸਾ ਲਿਆ, ਜਿਨੇ ਨਿਤਨੇਮ ਕਰ ਲਿਆ, ਜਿਨੇ ਜੀਵਨ ਦੇ ਵਿੱਚ ਚੰਗੇ ਕੰਮ ਕਰ ਲਏ। ਤੇ ਪਾਤਸ਼ਾਹ ਜੀ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇ ਗੁਣਾਂ ਨੂੰ ਨਾ ਗਾਇਆ, ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਤੇ ਤੇਰਾ ਜਨਮ ਜਿਹੜਾ ਹੈ ਅਕਾਰਥ ਚਲਿਆ ਜਾਏਗਾ। ਹੁਣ ਸਾਡਾ ਜਨਮ ਅਕਾਰਥ ਕਿਸ ਤਰ੍ਹਾਂ ਜਾਂਦਾ? ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਤੋਂ ਬਗੈਰ। ਸਾਡੇ ਜੀਵਨ ਦੇ ਵਿੱਚ ਅਸੀਂ ਜੋ ਦੇਖਦੇ ਹਾਂ, ਸੰਸਾਰ ਦੇ ਉੱਤੇ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਕੇਵਲ ਸਮਾਜਿਕ ਜੀਵਨ ਜੀ ਕੇ, ਸੰਸਾਰਿਕ ਜੀਵਨ ਜੀ ਕੇ, ਖਾਣਾ ਪੀਣਾ ਹੱਸਣਾ ਸੌਣਾ ਇਹਦੇ ਵਿੱਚ ਮਸਤ ਨੇ। ਉਹ ਆਪਣੇ ਜੀਵਨ ਦੀ ਮਨੋਰਥ ਨੂੰ ਸਮਝਦੇ ਨਹੀਂ, ਬਾਣੀ ਨੂੰ ਪੜ੍ਹਨਾ ਜ਼ਰੂਰੀ ਨਹੀਂ ਸਮਝਦੇ। ਤੇ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖਾ ਜਨਮ ਮਿਲਿਆ ਸੀ, ਬੜੇ ਲੰਮੇ ਸਮੇਂ ਤੋਂ ਬਾਅਦ ਤੇਰੀ ਆਤਮਾ ਸਫ਼ਰ ਕਰਦਿਆਂ ਗੁਰੂ ਨੇ ਤੇਰੇ ਤੇ ਤਰਸ ਕੀਤਾ। ਵਾਹਿਗੁਰੂ ਨੇ ਤੈਨੂੰ ਮਨੁੱਖਾ ਜਨਮ ਦੇ ਕੇ ਸੰਸਾਰ ਤੇ ਭੇਜ ਦਿੱਤਾ, ਤੇ ਜੇ ਝੱਲਿਆ, ਜੇ ਤੂੰ ਵਾਹਿਗੁਰੂ ਦਾ ਸਿਮਰਨ ਨਾ ਕੀਤਾ, ਤੇ ਤੇਰਾ ਇਹ ਮਨੁੱਖਾ ਜਨਮ ਜਿਹੜਾ ਸਫਲ ਨਹੀਂ ਅਸਫਲ ਹੋ ਜਾਏਗਾ, ਅਕਾਰਥ ਚਲਿਆ ਜਾਏਗਾ। ਹੁਣ ਭਾਈ ਗੁਰਦਾਸ ਜੀ, ਉਹਨਾਂ ਨੇ ਇੱਕ ਕਵਿਤ ਦੇ ਵਿੱਚ ਇਸ ਗੱਲ ਨੂੰ ਖੋਲ੍ਹਿਆ ਕਿ ਮਨੁੱਖ ਦਾ ਜਨਮ ਅਸਫਲ ਕਿਸ ਤਰ੍ਹਾਂ ਜਾਂਦਾ ਹੈ। ਕਿਉਂਕਿ ਮਨੁੱਖ ਭੁਲੇਖੇ ਵਿੱਚ ਹੈ। ਮਨੁੱਖ ਸੋਚਦਾ ਮੈਂ ਸੰਸਾਰ ਤੇ ਆਇਆ, ਸਾਨੂੰ ਗਿਆਨ ਨਹੀਂ ਇਸ ਗੱਲ ਦਾ ਕਿ ਅਸੀਂ ਕਿਸ ਵਾਸਤੇ ਆਏ ਹਾਂ। ਗੁਰੂ ਦੀ ਬਾਣੀ ਨੂੰ ਪੜ੍ਹਿਆ ਨਹੀਂ, ਗੁਰੂ ਨੇ ਉਪਦੇਸ਼ ਦਿੱਤਾ ਸਾਨੂੰ, ਪਰ ਅਸੀਂ ਉਪਦੇਸ਼ ਨੂੰ ਪੜ੍ਹਿਆ ਨਹੀਂ, ਕਮਾਇਆ ਨਹੀਂ, ਤੇ ਸਾਡਾ ਜੀਵਨ ਜਿਹੜਾ ਸੀ ਅਸੀਂ ਸੰਸਾਰਿਕ ਧੰਦਿਆਂ ਵਿੱਚ ਖਿੱਚਤ ਕਰਕੇ ਤੇ ਅਕਾਰਥ ਗਵਾ ਕੇ ਚਲੇ ਜਾਂਦੇ ਹਾਂ। ਕਿਸੇ ਭੁਲੇਖੇ ਵਿੱਚ ਆ, ਸਾਨੂੰ ਸਮਝ ਨਹੀਂ। ਤੇ ਭਾਈ ਗੁਰਦਾਸ ਜੀ ਇੱਕ ਕਵਿਤ ਦੇ ਵਿੱਚ 3 ਉਦਾਹਰਣਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਇਨਸਾਨ, ਤੂੰ ਕਿਸੇ ਮੰਜ਼ਿਲ ਤੇ ਪਹੁੰਚਣਾ ਸੀ, ਤੂੰ ਕਿਸੇ ਮੰਜ਼ਿਲ ਦਾ ਪਾਂਧੀ ਥਾ,
ਤੂੰ ਉਸ ਮੁਕਾਮ ਤੱਕ ਪਹੁੰਚਣਾ ਸੀ ਪਰ ਪਹੁੰਚਿਆ ਨਹੀਂ। ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਪਹਿਲੀ ਉਦਾਹਰਣ ਉਹਨਾਂ ਦਿੱਤੀ ਇੱਕ ਬਲਦ ਦੀ, ਜਿਹੜਾ ਬਲਦ ਤੇਲੀ ਦਾ ਬਲਦ ਹੈ। ਇੱਕ ਬਲਦ ਤੁਸੀਂ ਗੱਡੇ ਤੇ ਜਾਂਦੇ ਹੋ, ਉਸ ਗੱਡੇ ਤੇ ਕੁਝ ਸਮਾਨ ਰੱਖ ਕੇ ਆਪਣੇ ਘਰੋਂ ਚੱਲਦੇ ਤੇ ਕਿਤੇ 10-20 ਕੋ ਤੁਸੀਂ ਸਫ਼ਰ ਤੈਅ ਕਰ ਲੈਂਦੇ ਸ਼ਾਮ ਤੱਕ। ਇੱਕ ਬਲਦ ਕਿਸਾਨ ਖੇਤ ਦੇ ਵਿੱਚ ਜਿਉਂਦਾ ਤੇ ਉਹ ਸ਼ਾਮ ਤੱਕ ਕੁਛ ਨਾ ਕੁਛ ਖੇਤ ਆਪਣਾ ਜੋਤ ਕੇ ਆਉਂਦਾ ਹੈ। ਪਰ ਇੱਕ ਬਲਦ ਤੇਲੀ ਦਾ ਹੈ, ਜਿਨੇ ਕੋਲੂ ਦੇ ਉੱਤੇ ਉਹਨੂੰ ਜੋੜਨਾ ਹੈ। ਤੇ ਜਿਹੜਾ ਤੇਲੀ ਦਾ ਬਲਦ ਹੈ ਉਹਨੂੰ ਕੋਲੂ ਤੇ ਜਦੋਂ ਤੇਲੀ ਜੋੜਦਾ ਤੇ ਉਹਦੀਆਂ ਅੱਖਾਂ ਤੇ ਪੱਟੀਆਂ ਬੰਨ੍ਹ ਦਿੰਦਾ ਜੀ, ਜਾਂ ਖੋਪੀ ਚੜਾ ਦਿੰਦਾ, ਕਿਉਂਕਿ ਉਹਨੂੰ ਭੁਲੇਖੇ ਵਿੱਚ ਰੱਖਣਾ। ਚੱਲਣਾ ਉਹਨੇ ਸਾਰਾ ਦਿਨ ਆ, ਪਹੁੰਚਣਾ ਕਿਤੇ ਵੀ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਤੇਲੀ ਦਾ ਬਲਦ ਉਹਨੇ ਕੋਲੂ ਤੇ ਜੋੜ ਦਿੱਤਾ, ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਂ ਖੋਪੇ ਚੜਾ ਦਿੱਤੇ। ਉਹਨੂੰ ਇੱਕ ਵਾਰ ਚਲਾ ਦਿੱਤਾ, ਪਿੱਛੋਂ ਡਾਟ ਕੇ ਪਿੱਛੋਂ ਬੋਲ ਕੇ ਉਹਨੂੰ ਹੱਕ ਦਿੱਤਾ। ਉਹ ਗੋਲ ਗੋਲ ਘੁੰਮਦਾ ਰਿਹਾ। ਹੁਣ ਅੱਖਾਂ ਤੇ ਪੱਟੀ ਸੀ, ਨਹੀਂ ਸੀ ਪਤਾ। ਉਹ ਸਫ਼ਰ ਕਰਦਾ ਰਿਹਾ। ਉਹਨੇ ਸੋਚਿਆ ਸ਼ਾਮ ਤੱਕ ਕਿਤੇ ਨਾ ਕਿਤੇ ਪਹੁੰਚਾਂਗਾ। ਤੇਲੀ ਦਾ ਬਲਦ ਸ਼ਾਮ ਤੱਕ ਉਹਨੇ ਮਿਹਨਤ ਕੀਤੀ, ਸਾਰਾ ਦਿਨ ਚੱਲਿਆ ਸਾਰਾ ਦਿਨ ਚੱਲਦਾ ਰਿਹਾ, ਪਰ ਮੰਜ਼ਿਲ ਕੋਈ ਵੀ ਨਹੀਂ ਪਹੁੰਚਿਆ, ਕਿਤੇ ਵੀ ਨਹੀਂ। ਸ਼ਾਮ ਨੂੰ ਉਸ ਤੇਲੀ ਨੇ ਉਸ ਬਲਦ ਨੂੰ ਖੋਲਿਆ, ਉਹਦੀਆਂ ਅੱਖਾਂ ਤੋਂ ਖੋਪੇ ਹਟਾਏ ਤੇ ਬਲਦ ਦੇ ਅੰਦਰ ਉਹਨੂੰ ਇੱਕ ਗੱਲ ਦੀ ਸਮਝ ਆਈ ਕਿ ਸਾਰਾ ਦਿਨ ਮੈਂ ਚੱਲਿਆ, ਸਾਰਾ ਦਿਨ ਸਰੀਰ ਦੀ એનર્ਜੀ ਖਤਮ ਹੋਈ, ਮਿਹਨਤ ਬੜੀ ਕੀਤੀ ਪਰ ਮੰਜ਼ਿਲ ਕੋਈ ਵੀ ਨਾ। ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ, ਇਨਸਾਨ ਕਿਤੇ ਤੇਰੀ ਹਾਲਤ ਤੇਲੀ ਦੇ ਬਲਦ ਵਰਗੀ ਤਾਂ ਨਹੀਂ, ਕਿਉਂਕਿ ਅਸੀਂ ਸਾਰੇ ਮਿਹਨਤ ਕਰਦੇ ਹਾਂ, ਬੜੀ ਭੱਜ ਦੌੜ ਕਰਦੇ ਹਾਂ, ਬਹੁਤ ਸਾਰੀ ਮਿਹਨਤ ਕਰਦੇ ਹਾਂ, ਬਹੁਤ ਲੰਮਾ ਚੌੜਾ ਅਸੀਂ ਕੰਮ ਕਰਦੇ ਹਾਂ, ਪਰ ਕਿਤੇ ਤੇਲੀ ਦੇ ਬਲਦ ਵਰਗੀ ਤੇ ਨਹੀਂ। ਕੇਵਲ ਸੰਸਾਰਕ ਧੰਦਿਆਂ ਦੇ ਵਿੱਚ ਤੇ ਨਹੀਂ ਤੂੰ ਭੱਜਦਾ ਜਾ ਰਿਹਾ, ਸਾਰੀ એનર્ਜੀ ਵੀ ਤੇਰੀ ਖਤਮ ਹੁੰਦੀ ਜਾਵੇ ਪਰ ਤੈਨੂੰ ਫਲ ਕੁਝ ਵੀ ਨਾ ਮਿਲੇ। ਆਪਣੀ ਜਿੰਦ ਵਾਸਤੇ ਤੂੰ ਕੁਝ ਵੀ ਨਾ ਕੀਤਾ। ਦੂਜੀ ਉਦਾਹਰਣ ਭਾਈ ਗੁਰਦਾਸ ਜੀ ਲੈਂਦੇ ਨੇ, ਕਹਿੰਦੇ ਇੱਕ ਇਨਸਾਨ ਹੈ, ਅੱਖਾਂ ਤੋਂ ਅੰਨਾ ਹੈ, ਅੱਖਾਂ ਦੇ ਵਿੱਚ ਰੋਸ਼ਨੀ ਨਹੀਂ, ਉਹਨੂੰ ਨਜ਼ਰ ਕੁਝ ਨਹੀਂ ਆਉਂਦਾ। ਘਰ ਦੇ ਵਿੱਚ ਗਰੀਬੀ ਹੈ, ਪੇਟ ਨੂੰ ਪਾਲਣ ਵਾਸਤੇ ਹਰ ਇਨਸਾਨ ਕੁਝ ਨਾ ਕੁਝ ਕੰਮ ਕਰਦਾ। ਉਹ ਬੈਠਾ ਆਪਣੇ ਬੱਚਿਆਂ ਨੂੰ ਕਹਿੰਦਾ ਮੈਨੂੰ ਕਾਈ ਦੇ ਦਿਓ, ਮੈਂ ਉਹਦਾ ਵਾਣ ਬੈਠਿਆ ਵੱਟਦਾ ਰਹਾਂਗਾ, ਕਿਉਂਕਿ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਉਹ ਸਵੇਰ ਤੋਂ ਸ਼ਾਮ ਤੱਕ ਵਾਣ ਵੱਟਦਾ, ਸਾਰਾ ਦਿਨ ਰੱਸੀ ਵੱਟਦਾ ਰਹਿੰਦਾ, ਹੱਥਾਂ ਦੇ ਨਾਲ ਵੱਟ ਕੇ ਉਸ ਰੱਸੀ ਨੂੰ ਪਿੱਛੇ ਰੱਖਦਾ ਜਾਂਦਾ, ਹੋਰ ਵੱਟਦਾ ਜਾਂਦਾ। ਫੁਰਨਾ ਕੀ ਹੈ, ਸ਼ਾਮ ਨੂੰ ਰੱਸੀ ਨੂੰ ਬਾਜ਼ਾਰ ਵਿੱਚ ਵੇਚਾਂਗਾ, ਉਹਦੇ ਤੋਂ ਕੁਝ ਪੈਸੇ ਕਮਾਵਾਂਗਾ ਤੇ ਆਪਣੇ ਪਰਿਵਾਰ ਦਾ ਰੁਜ਼ਗਾਰ ਚਲਾਵਾਂਗਾ, ਪਰਿਵਾਰ ਲਈ ਪ੍ਰਸ਼ਾਦਾ ਤਿਆਰ ਹੋ ਜਾਏਗਾ। ਹੁਣ ਕਹਿੰਦੇ ਕਿ ਉਸ ਇਨਸਾਨ ਨੇ ਸਾਰਾ ਦਿਨ ਹੱਥਾਂ ਦੇ ਨਾਲ ਰੱਸੀ ਵੱਟੀ, ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਸੀ, ਵੱਟ ਕੇ ਹਰੀ ਕਾਈ ਦੀ ਰੱਸੀ ਤੇ ਪਿੱਛੇ ਰੱਖਦਾ ਗਿਆ। ਪਿੱਛੇ ਭਾਈ ਗੁਰਦਾਸ ਜੀ ਕਹਿੰਦੇ ਗਾਂ ਦਾ ਵੱਛਾ ਖੁੱਲਿਆ ਸੀ, ਉਹ ਨਾਲ ਦੀ ਨਾਲ ਜਿੰਨਾ ਰੱਸਾ ਨੇ ਵੱਟਿਆ ਉਹ ਨਾਲ ਦੀ ਨਾਲ ਖਾਂਦਾ ਗਿਆ, ਨਾਲ ਦੀ ਨਾਲ ਖਾਈ ਗਿਆ। ਹੁਣ ਸ਼ਾਮ ਨੂੰ ਜਦੋਂ ਉਸ ਰੱਸੀ ਨੂੰ ਇਕੱਠਿਆਂ ਕਰਨ ਲੱਗਾ ਨਾ, ਕੇਵਲ 2-4 ਗੱਜ ਰੱਸੀ ਹੱਥ ਦੇ ਵਿੱਚ ਆਈ, ਉਸ ਤੋਂ ਬਾਅਦ ਰੱਸੀ ਹੱਥ ਨਹੀਂ ਆਈ। ਪੁੱਛਦਾ, ਮੈਂ ਕਹਿੰਦਾ ਸਾਰਾ ਦਿਨ ਮੇਰੇ ਹੱਥਾਂ ਦੀਆਂ ਤਲੀਆਂ ਘਸ ਗਈਆਂ, ਮਿਹਨਤ ਮੈਂ ਬਹੁਤ ਕੀਤੀ, ਪਰ ਰੱਸਾ ਮੇਰੇ ਹੱਥ ਵਿੱਚ ਕੇਵਲ 2-4 ਗੱਜ ਆਇਆ, ਰੱਸਾ ਮੇਰੇ ਹੱਥ ਵਿੱਚ ਨਹੀਂ ਆਇਆ, ਕਿੱਧਰ ਗਿਆ? ਕਿਸੇ ਨੇ ਕਿਹਾ ਬਾਬਾ ਕੋਈ ਸ਼ੱਕ ਨਹੀਂ, ਤੂੰ ਮਿਹਨਤ ਬਹੁਤ ਕੀਤੀ ਹੈ, ਸਵੇਰ ਦਾ ਲਗਾਤਾਰ ਤੂੰ ਰੱਸਾ ਵੱਟ ਰਿਹਾ, ਪਰ ਅੱਖਾਂ ਵਿੱਚ ਜੋਤ ਨਾ ਹੋਣ ਕਰਕੇ ਤੇਰੀ ਰੱਸੀ ਵੱਟੀ ਹੋਈ ਜਿਹੜੀ ਸੀ ਗਾਂ ਦਾ ਵੱਛਾ ਖਾਈ ਗਿਆ ਤੇ ਇਸ ਕਰਕੇ ਤੇਰੇ ਹੱਥ ਵਿੱਚ ਨਹੀਂ ਆਈ। ਪਹਿਲਾ ਉਹ ਸੀ ਕਿ ਜਿਹੜਾ ਤੇਲੀ ਦਾ ਬਲਦ, ਉਹਦੀਆਂ ਅੱਖਾਂ ਤੇ ਪੱਟੀ ਸੀ, ਉਹਨੂੰ ਨਜ਼ਰ ਨਹੀਂ ਸੀ ਆਉਂਦਾ। ਦੂਜਾ ਇਹ ਅੰਨਾ ਇਨਸਾਨ ਜਿਹਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਹੈ, ਮਿਹਨਤ ਇਹਨੇ ਵੀ ਸਾਰਾ ਦਿਨ ਕੀਤੀ ਪਰ ਹੱਥ ਕੁਛ ਨਹੀਂ ਆਇਆ। ਭਾਈ ਗੁਰਦਾਸ ਜੀ ਕਹਿੰਦੇ ਇਨਸਾਨ ਕਿਤੇ ਅਗਿਆਨਤਾ ਦੇ ਅੰਧੇਰੇ ਵਿੱਚ ਤੂੰ ਵੀ ਮਿਹਨਤ ਨਾ ਕਰਦਾ ਰਹੀ, ਤੂੰ ਵੀ ਉਸ ਅੰਨੇ ਇਨਸਾਨ ਵਾਂਗੂ ਇਹ ਨਹੀਂ ਕਿ ਵੱਟ ਕੇ ਕਮਾ ਕੇ ਰੱਖਦਾ ਜਾਵੇਂ ਤੇ ਪਿੱਛੋਂ ਖਾਣ ਵਾਲਾ ਕੋਈ ਹੋਰ ਲੈ ਜੇ, ਅੰਤ ਵੇਲੇ ਤੇਰੇ ਹੱਥ ਵਿੱਚ ਕੁਝ ਵੀ ਨਾ ਆਵੇ। ਕਿਉਂਕਿ ਸੰਸਾਰ ਦੀ ਮਾਇਆ ਦੇ ਪਿੱਛੇ ਅਸੀਂ ਦੌੜਦੇ ਹਾਂ, ਸੰਸਾਰ ਦੀ ਧਨ ਨੂੰ ਇਕੱਠਿਆਂ ਕਰਨ ਵਾਸਤੇ ਇਨਸਾਨ ਦੌੜਦਾ ਹੈ, ਪਰ ਸੱਚ ਇਹ ਹੈ ਜਿਹੜਾ ਸੰਸਾਰ ਦਾ ਧਨ ਹੈ ਇਹ ਸਾਡੇ ਅੰਤ ਸਮਾਂ ਆਉਣ ਤੋਂ ਪਹਿਲਾਂ ਹੀ ਬੱਚੇ ਜਿਹੜੇ ਵਸੀਅਤ ਕਰਾ ਲੈਂਦੇ, ਮਾਲਕ ਕੋਈ ਹੋਰ ਬਣ ਜਾਂਦਾ ਹੈ।
ਕਹਿੰਦੇ ਪਹਿਲੇ ਦੇ ਅੱਖਾਂ ਤੇ ਪੱਟੀ ਸੀ, ਜਿਹੜਾ ਤੇਲੀ ਦਾ ਬਲਦ ਸੀ, ਦੂਜੇ ਦੀਆਂ ਅੱਖਾਂ ਦੇ ਉੱਤੇ ਵਿੱਚ ਰੋਸ਼ਨੀ ਨਹੀਂ ਸੀ। ਪਰ ਤੀਜੀ ਉਦਾਹਰਣ ਭਾਈ ਗੁਰਦਾਸ ਜੀ ਜਿਹੜੀ ਦਿੰਦੇ ਨੇ, ਬੜੀ ਕਮਾਲ ਦੀ ਉਦਾਹਰਣ ਦਿੰਦੇ। ਤੀਜੀ ਉਦਾਹਰਣ ਭਾਈ ਗੁਰਦਾਸ ਜੀ ਨੇ ਇੱਕ ਮਿਰਗ ਦੀ ਲਈ ਹੈ। ਮਿਰਗ ਦੀਆਂ ਅੱਖਾਂ ਬਹੁਤ ਸੋਹਣੀਆਂ ਨੇ, ਉਹਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਵੀ ਪੂਰੀ ਹੈ। ਇੱਥੋਂ ਤੱਕ ਕਿ ਅਸੀਂ ਕਿਸੇ ਬੱਚੇ ਦੀ, ਸੋਹਣੇ ਬੱਚੇ ਦੀ ਤਾਰੀਫ ਕਰਨੀ ਹੋਵੇ ਨਾ, ਅਸੀਂ ਕਹਿੰਦੇ ਨੇ ਬੱਚਾ ਬੜਾ ਪਿਆਰਾ, ਇਹਦੀਆਂ ਅੱਖਾਂ ਜਿਹੜੀਆਂ ਮਿਰਗ ਵਰਗੀਆਂ ਨੇ, ਸੋਹਣੀਆਂ ਅੱਖਾਂ ਨੇ। ਭਾਈ ਗੁਰਦਾਸ ਜੀ ਕਹਿੰਦੇ ਪਹਿਲਿਆਂ ਨੂੰ ਤੇ ਨਜ਼ਰ ਨਹੀਂ ਸੀ ਆਉਂਦਾ, ਉਹ ਕਿਸੇ ਭੁਲੇਖੇ ਵਿੱਚ ਸੀ, ਪਰ ਤੀਜਾ ਇਹਦੀਆਂ ਅੱਖਾਂ ਬਹੁਤ ਸੋਹਣੀਆਂ, ਬਹੁਤ ਸੋਹਣਾ ਨੂੰ ਨਜ਼ਰ ਵੀ ਆ ਰਿਹਾ, ਪਰ ਕਹਿੰਦੇ ਇਹ ਵੀ ਇੱਕ ਭੁਲੇਖੇ ਵਿੱਚ ਸੀ। ਸਾਡੀ ਜ਼ਿੰਦਗੀ ਕਿਸ ਤਰ੍ਹਾਂ ਬਤੀਤ ਹੁੰਦੀ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਮਿਰਗ ਸੀ, ਇਹ ਰਾਜਸਥਾਨ ਦੇ ਵਿੱਚ ਦੁਪਹਿਰ ਦੇ ਵਿੱਚ ਪਿਆਸ ਨਾਲ ਵਿਆਕੁਲ ਹੋਇਆ। ਆਪਣੀ ਪਿਆਸ ਨੂੰ ਬੁਝਾਉਣ ਵਾਸਤੇ ਜਦੋਂ ਜੰਗਲ ਤੋਂ ਬਾਹਰ ਨਿਕਲਿਆ, ਸਾਹਮਣੇ ਰੇਤ ਤਪਦੀ ਸੀ, ਤੇ ਜਦੋਂ ਰੇਤ ਤਪਦੀ ਸੀ, ਸੂਰਜ ਦੀ ਰੋਸ਼ਨੀ ਉਸ ਰੇਤ ਤੇ ਪੈਂਦੀ ਸੀ, ਤੇ ਉਸ ਰੇਤ ਇੰਜ ਚਮਕਦੀ ਸੀ ਜਿਵੇਂ ਕਿ ਉਹ ਨਿਰਮਲ ਜਲ ਦੀਆਂ ਲਹਿਰਾਂ ਹੋਣ। ਇਉਂ ਪ੍ਰਤੀਤ ਹੁੰਦਾ ਸੀ ਜਿਸ ਤਰ੍ਹਾਂ ਨਿਰਮਲ ਜਲ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਚੱਲਦੀਆਂ। ਸਾਹਮਣੇ ਵੇਖਣ ਨੂੰ ਕਈ ਵਾਰ ਲੱਗਦਾ ਕਿ ਜਿਵੇਂ ਸਾਹਮਣੇ ਪਾਣੀ ਹੈ, ਅੱਖਾਂ ਦੀ ਰੋਸ਼ਨੀ ਪੂਰੀ ਹੈ, ਪਰ ਭੁਲੇਖੇ ਵਿੱਚ ਹੈ। ਪ੍ਰਤੀਤ ਹੋਇਆ ਪਾਣੀ ਹੈ, ਪਰ ਅਸਲ ਵਿੱਚ ਪਾਣੀ ਕਿਤੇ ਵੀ ਨਹੀਂ ਸੀ। ਉਹ ਤੇ ਰੇਤ ਤਪਦੀ ਸੀ, ਰੇਤ ਲਿਸ਼ਕਦੀ ਪਈ ਸੀ। ਇਸ ਮਿਰਗ ਨੇ ਆਪਣੀ ਪਿਆਸ ਨੂੰ ਬੁਝਾਉਣ ਵਾਸਤੇ ਦੌੜ ਸ਼ੁਰੂ ਕੀਤੀ, ਉਸ ਵੱਲ ਭੱਜਣਾ ਸ਼ੁਰੂ ਕੀਤਾ। ਜਿਉਂ ਭੱਜਦਾ ਗਿਆ, ਕਿਤੇ ਪਿਆਸ ਨਾਲ ਵਿਆਕੁਲ ਸੀ, ਗਰਮੀ ਅੱਤਦੀ ਸੀ। ਇਹ ਜਿਉਂ-ਜਿਉਂ ਉਸ ਨਿਰਮਲ ਜਿਹੜੀਆਂ ਜਲ ਦੀਆਂ ਲਹਿਰਾਂ ਇਹਨੂੰ ਪ੍ਰਤੀਤ ਹੋ ਰਹੀਆਂ ਸੀ, ਜਿਹੜੀ ਰੇਤ ਤਪਦੀ ਸੀ, ਉਹਦੇ ਵੱਲ ਭੱਜਦਾ, ਤੇ ਉਹ ਹੋਰ ਅਗਾਂ ਦੀ ਅਗਾਂ ਨਜ਼ਰ ਆਉਂਦਾ ਗਿਆ। ਹੁਣ ਇਹ ਆਪਣੀ ਪਿਆਸ ਬੁਝਾਉਣ ਵਾਸਤੇ ਦੌੜਦਾ ਗਿਆ। ਆਖਿਰਕਾਰ ਇਹਦੇ ਹੱਥ ਵਿੱਚ ਜਲ ਨਹੀਂ ਆਇਆ, ਇਹਨੂੰ ਮਿਲਣ ਵਾਸਤੇ, ਪੀਣ ਵਾਸਤੇ ਪਾਣੀ ਨਾ ਮਿਲਿਆ। ਹੈ ਕੋ ਪਾਣੀ ਹੈ ਨਹੀਂ ਸੀ, ਹੈ ਤਾਂ ਗਰਮ ਰੇਤ ਸੀ। ਇਹ ਵਿਆਕੁਲ ਹੋਇਆ, ਧਰਤੀ ਤੇ ਡਿੱਗਿਆ, ਤੇ ਇਸ ਹਿਰਨ ਦੀ ਮੌਤ ਹੋ ਗਈ, ਇਸ ਮਿਰਗ ਦੀ ਮੌਤ ਹੋ ਗਈ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਵਿੱਚ ਰੋਸ਼ਨੀ ਪੂਰੀ ਹੈ, ਪਰ ਭੁਲੇਖਾ ਹੈ। ਭੁਲੇਖੇ ਦੇ ਵਿੱਚ ਦੌੜਦਾ ਗਿਆ, ਤੇ ਆਖਿਰਕਾਰ ਇਹ ਭੁਲੇਖਾ ਇਹਦੀ ਮੌਤ ਦਾ ਕਾਰਨ ਬਣ ਗਿਆ। ਭਾਈ ਗੁਰਦਾਸ ਜੀ ਕਹਿੰਦੇ ਇਨਸਾਨ ਦੇਖੀ, ਕਿਤੇ ਤੇਰੀ ਹਾਲਤ ਇਸ ਮਿਰਗ ਵਰਗੀ ਤੇ ਨਹੀਂ, ਜਿਹਦੇ ਵਿੱਚ ਤੂੰ ਸਮਝਦਾ ਹੈ ਕਿ ਮੈਨੂੰ ਸਕੂਨ ਮਿਲੇਗਾ। ਜਿਸ ਤਰ੍ਹਾਂ ਉਹ ਮਿਰਗ ਸਮਝਦਾ ਸੀ ਕਿ ਇਹ ਨਿਰਮਲ ਜਲ ਦੀਆਂ ਲਹਿਰਾਂ ਨੇ, ਇਹਨਾਂ ਕੋਲ ਜਾ ਕੇ ਮੈਂ ਆਪਣੀ ਪਿਆਸ ਨੂੰ ਬੁਝਾ ਲਾਂਗਾ। ਤੂੰ ਇਨਸਾਨ ਇਸ ਦੁਨਿਆਵੀ ਧਨ ਦੇ ਪਿੱਛੇ ਭੱਜਦਾ ਹੈ, ਇਹਦੇ ਨਾਲ ਤੇਰੇ ਅੰਦਰ ਨੂੰ ਸਕੂਨ ਨਹੀਂ ਮਿਲਣਾ। ਕਿਤੇ ਤੇਰੀ ਹਾਲਤ ਇਸ ਮਿਰਗ ਵਰਗੀ ਨਾ ਹੋਵੇ ਕਿ ਇਹਦੇ ਪਿੱਛੇ ਭੱਜਦਿਆਂ ਇੱਕ ਦਿਨ ਤੇਰੀ ਮੌਤ ਹੋ ਜਾਵੇ। ਭਾਈ ਗੁਰਦਾਸ ਜੀ ਨੇ 3 ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਜੈਸੇ ਬੈਲ ਤੇਲੀ ਕੋ ਜਾਂਤ ਕਈ ਕੋਸ ਚਲਿਓ, ਉਗਰਤ ਨੈਣ ਵਹੀਂ ਠਾਓ ਹੀ ਠਿਕਾਨੋ ਹੈ। ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੇ ਪਛਤਾਨੋ ਹੈ। ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੇ, ਮਿਰਗ ਤਿਰਖਾਵੰਤ ਆਵੇ ਨਾ ਸ਼ਾਂਤ, ਭਰਮ ਭ੍ਰਮਤ ਹੈਰਾਨੋ ਹੈ। ਅਖੀਰ ਵਿੱਚ ਬੜੇ ਕਮਾਲ ਦੀ ਗੱਲ ਭਾਈ ਗੁਰਦਾਸ ਜੀ ਕਰਦੇ। ਕਹਿੰਦੇ ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੁਹਿ ਜਾਨੋ ਹੈ। ਕਹਿੰਦੇ ਸੁਪਨੇ ਲੈਂਦਿਆਂ ਇਨਸਾਨ ਨੇ ਆਪਣੀ ਜ਼ਿੰਦਗੀ ਬਤੀਤ ਕਰ ਲਈ। ਜਿਸ ਮੰਜ਼ਿਲ ਤੇ ਪਹੁੰਚਣਾ ਸੀ, ਉਸ ਮੰਜ਼ਿਲ ਤੇ ਪਹੁੰਚ ਨਹੀਂ ਸਕਿਆ। ਅੱਜ ਮੇਰੇ 9ਵੇਂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਜੇ ਗੁਰੂ ਦੇ ਗੁਣਾਂ ਨੂੰ ਨਾ ਗਾਇਆ, ਇਨਸਾਨ ਤੇਰਾ ਜਨਮ ਅਕਾਰਤ ਚਲਿਆ ਜਾਏਗਾ। ਪਾਤਸ਼ਾਹ ਜੀ ਕੀ ਕਰੀਏ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਉਸ ਪਰਮੇਸ਼ਰ ਦਾ ਭਜਨ ਕਰ, ਉਹਨੂੰ ਆਪਣੇ ਹਿਰਦੇ ਵਿੱਚ ਉਹਦੀ ਯਾਦ ਨੂੰ ਵਿਸਾ, ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਇੰਨਾ ਕੁ ਪਿਆਰ ਕਰ। ਤੇ ਉਦਾਹਰਣ ਕੀ ਦਿੱਤੀ, ਜਿਹ ਬਿਦ ਜਲ ਕੋ ਮੀਨ। ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ। ਬਹੁਤ ਸਾਰੇ ਪ੍ਰਾਣੀ ਨੇ, ਬੜੇ ਸਾਰੇ ਜੀਵ ਨੇ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ। ਪਾਤਸ਼ਾਹ ਬਾਣੀ ਵਿੱਚ ਕਹਿੰਦੇ 42 ਲੱਖ ਜੀ ਜਲ ਮੈਂ ਹੋਤੇ। ਪਰ 42 ਲੱਖ ਦੇ ਵਿੱਚੋਂ ਬਹੁਤ ਸਾਰੇ ਜੀਵ ਨੇ ਜਿਹੜੇ ਕਿ ਪਾਣੀ ਵਿੱਚ ਨੇ ਤਾਂ ਵੀ ਜਿੰਦੇ ਨੇ। ਜਿਸ ਤਰ੍ਹਾਂ ਕਿ ਮੇਂਢਕ ਹੈ, ਕੱਛੂ ਕੁੰਮਾ ਪਾਣੀ ਵਿੱਚ ਤਾਂ ਵੀ ਜਿੰਦਾ ਹੈ। ਜੇ ਪਾਣੀ ਸੁੱਕ ਵੀ ਜਾਵੇ ਤਾਂ ਅਗਲੇ ਬਾਹਰ ਆ ਕੇ ਰੇਤਾ ਤੇ ਵੀ ਗੁਜ਼ਾਰਾ ਕਰ ਲੈਂਦੇ ਨੇ, ਕੋਈ ਫਰਕ ਨਹੀਂ ਪੈਂਦਾ। ਪਰ ਇੱਕ ਮੱਛੀ ਐਸਾ ਜੀਵ ਹੈ
ਜਿਹਦੇ ਪ੍ਰਾਣ ਹੀ ਪਾਣੀ ਦੇ ਕਰਕੇ ਚੱਲਦੇ ਨੇ। ਜੇ ਪਾਣੀ ਤੋਂ ਮੱਛੀ ਨੂੰ ਦੂਰ ਕੀਤਾ ਜਾਵੇ ਤੇ ਉਹਦੇ ਜੀਵਨ ਦਾ ਅੰਤ ਹੋ ਜਾਂਦਾ ਹੈ, ਉਹਦਾ ਜ਼ਿੰਦਗੀ ਪਾਣੀ ਹੈ। ਤੇ ਪਾਤਸ਼ਾਹ ਜੀ ਕਹਿੰਦੇ ਉਸ ਮੱਛੀ ਵਾਂਗ ਪਾਣੀ ਦੇ, ਜਿਸ ਤਰ੍ਹਾਂ ਮੱਛੀ ਪਾਣੀ ਦੇ ਨਾਲ ਪਿਆਰ ਕਰਦੀ ਹੈ ਇਨਸਾਨ, ਇਸੇ ਤਰ੍ਹਾਂ ਤੂੰ ਉਸ ਪਰਮੇਸ਼ਰ ਦੇ ਨਾਲ ਪਿਆਰ ਕਰ। ਕਹੋ ਨਾਨਕ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਤੇ ਭਗਤ ਰਵਿਦਾਸ ਜੀ ਨੇ ਇੱਕ ਉਦਾਹਰਣ ਦਿੱਤੀ ਬਾਣੀ ਦੇ ਵਿੱਚ ਕਿ ਮੱਛੀ ਦਾ ਪਾਣੀ ਦੇ ਨਾਲ ਪਿਆਰ ਕਿੰਨਾ ਕੁ ਹੈ। ਭਗਤ ਰਵਿਦਾਸ ਜੀ ਕਹਿੰਦੇ ਇਨਸਾਨ ਨੇ ਮੱਛੀ ਪਕੜ ਕੇ ਲਿਆਂਦੀ, ਜਿਹੜਾ ਮੱਛੀ ਨੂੰ ਫੜਨ ਵਾਲੇ ਨੇ ਨਦੀਆਂ ਦੇ ਕਿਨਾਰੇ ਤੇ ਤੁਸੀਂ ਦੇਖਦੇ ਹੋ ਕੁੰਡੀਆਂ ਲਾ ਲਾ ਕੇ ਬੈਠੇ ਨੇ, ਸ਼ਾਮ ਨੂੰ ਪਕੜ ਕੇ ਲਿਆਉਂਦੇ ਨੇ। ਉਸ ਮੱਛੀ ਨੂੰ ਛਿੱਲਿਆ ਲਿਆ ਕੇ ਉਹਨੇ ਘਰ ਛਿੱਲ ਕੇ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਤੜਕ ਕੇ ਖਾ ਗਿਆ, ਉਬਾਲ ਕੇ ਖਾ ਗਿਆ। ਮੱਛੀ ਦਾ ਪਾਣੀ ਦੇ ਨਾਲ ਪਿਆਰ ਕਿੰਨਾ ਹੈ। ਬਹੁਤ ਸਾਰੀਆਂ ਉਦਾਹਰਨਾਂ ਬਾਣੀ ਵਿੱਚੋਂ ਮਿਲਦੀਆਂ ਨੇ। ਭਗਤ ਰਵਿਦਾਸ ਜੀ ਕਹਿੰਦੇ ਫੜਨ ਵਾਲੇ ਨੇ ਮੱਛੀ ਨੂੰ ਫੜਿਆ, ਆਪਣੇ ਘਰ ਲਿਆਂਦਾ, ਛੋਟਾ ਛੋਟਾ ਕੀਮਾ ਕੀਮਾ ਕਰਕੇ ਉਹਨੂੰ ਕੱਟ ਦਿੱਤਾ। ਕੱਟਣ ਤੋਂ ਬਾਅਦ ਉਹਨੂੰ ਪਤੀਲੇ ਵਿੱਚ ਉਬਾਲਿਆ, ਬਣਾਇਆ ਗਿਆ, ਤੜਕਿਆ ਗਿਆ। ਉਸ ਤੋਂ ਬਾਅਦ ਉਹਨੇ ਖਾ ਲਿਆ। ਹੁਣ ਉਹ ਵਿਚਾਰੀ ਵੱਢੀ ਗਈ, ਛਿੱਲੀ ਗਈ, ਟੁੱਕ ਕੇ ਉਬਾਲੀ ਗਈ, ਖਾਣ ਵਾਲੇ ਨੇ ਖਾ ਲਈ। ਕਹਿੰਦੇ ਖਾਣ ਵਾਲੇ ਨੇ ਜਦੋਂ ਖਾ ਕੇ ਰਾਤ ਨੂੰ ਸੁੱਤਾ ਨਾ, ਤੇ ਉਸ ਮੰਜੇ ਤੇ ਸੌਣ ਵਾਲੇ ਇਨਸਾਨ ਦੀਆਂ ਅੱਜ ਵਾਰ-ਵਾਰ ਪਰੇਸ਼ਾਨ ਹੁੰਦਾ ਏ। ਜਿਹਨੇ ਮੱਛੀ ਨੂੰ ਖਾਦਾ ਉੱਠ ਕੇ ਵਾਰ-ਵਾਰ ਪਾਣੀ ਪੀਂਦਾ। ਪੁੱਛਣ ਵਾਲਾ ਪੁੱਛਦਾ ਭਾਈ ਬੜਾ ਵਾਰ-ਵਾਰ ਪਾਣੀ ਪੀ ਰਿਹਾ, ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਉਹ ਪਾਣੀ ਉਹ ਇਨਸਾਨ ਨਹੀਂ ਜੇ ਪੀ ਰਿਹਾ, ਉਹ ਵਾਰ-ਵਾਰ ਪਾਣੀ ਉਹਦੇ ਪੇਟ ਦੇ ਵਿੱਚ ਜਿਹੜੀ ਮੱਛੀ ਗਈ ਹੈ, ਜਿਹਨੂੰ ਟੁਕੜੇ ਕਰਕੇ ਉਬਾਲ ਕੇ ਖਾਧਾ ਗਿਆ ਹੈ, ਕਹਿੰਦੇ ਉਸ ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਹੀ ਇੰਨੀ ਹੈ ਕਿ ਉਹ ਬੇਸ਼ੱਕ ਭੁੱਜ ਗਈ, ਬਣ ਗਈ, ਟੁਕੜੇ ਹੋ ਗਈ, ਗਲ ਗਈ। ਇਨਸਾਨ ਨੇ ਖਾਣ ਵਾਲੇ ਨੇ ਖਾ ਵੀ ਲਿਆ, ਪਰ ਜਿਹਨੇ ਖਾਧਾ ਨੂੰ ਅੱਜ ਰਾਤ ਟਿਕ ਕੇ ਸੌਣ ਨਹੀਂ ਦਿੰਦੀ, ਵਾਰ-ਵਾਰ ਪਾਣੀ ਮੰਗਦੀ ਹੈ। ਮੀਨ ਪਕੜ ਫਾਕਿਓ ਔਰ ਕਾਟਿਓ ਰਾਂਦ ਕੀਓ ਬਹੁਬਾਨੀ। ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਨੀ। ਪਾਣੀ ਨੂੰ ਭੁਲਾਉਂਦੀ ਨਹੀਂ ਮੱਛੀ, ਮਰਨ ਤੋਂ ਬਾਅਦ ਵੀ ਪਾਣੀ ਦੇ ਨਾਲ ਪਿਆਰ ਕਰਦੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਇਸ ਭੋਗ ਦੇ ਸ਼ਲੋਕਾਂ ਵਿੱਚ ਪਹਿਲੇ ਸ਼ਲੋਕ ਵਿੱਚ ਸਾਨੂੰ ਇਹ ਗਿਆਨ ਦਿੱਤਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਤੂੰ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾ ਲਾ, ਉਹਦੇ ਗੁਣਾਂ ਨੂੰ ਗਾਉਣ ਤੋਂ ਬਗੈਰ ਤੇਰਾ ਜੀਵਨ ਵਿਅਰਥ ਚਲਿਆ ਜਾਏਗਾ। ਉਹਨੂੰ ਇਸ ਤਰ੍ਹਾਂ ਗੁਣਾਂ ਨੂੰ ਗਾ, ਇੰਨਾ ਕੁ ਗੁਰੂ ਦੇ ਨਾਲ ਪਰਮੇਸ਼ਰ ਨਾਲ ਪਿਆਰ ਕਰ ਜਿਸ ਤਰ੍ਹਾਂ ਮੱਛੀ ਪਾਣੀ ਦੇ ਨਾਲ ਪਿਆਰ ਕਰਦੀ। ਗੁਰਮੁਖੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ